ਗੁੱਡ ਮਾਰਨਿੰਗ ਸਟੂਡੈਂਟਸ, ਹਾਊ ਆਰ ਯੂ? ਸੋ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਕੀ ਪਤਾ ਹੈ ਕਿ ਗਰੀਬ ਅਤੇ ਅਮੀਰ ਕੀ ਹੁੰਦੇ ਹਨ? ਤੁਸੀਂ ਕਹੋਗੇ ਹਾਂ, ਜਿਹਦੇ ਕੋਲ ਜ਼ਿਆਦਾ ਪੈਸਾ ਹੋਵੇ ਉਹ ਅਮੀਰ, ਜਿਹਦੇ ਕੋਲ ਘੱਟ ਹੋਵੇ ਉਹ ਗਰੀਬ। ਨਹੀਂ, ਅਸਲ 'ਚ ਗਰੀਬੀ ਤੇ ਅਮੀਰੀ ਦਾ ਸੰਬੰਧ ਪੈਸੇ ਨਾਲ ਨਹੀਂ ਹੈ। ਗਰੀਬੀ ਤੇ ਅਮੀਰੀ ਦਾ ਸੰਬੰਧ ਤੁਹਾਡੇ ਦਿਮਾਗ ਨਾਲ ਹੈ। ਜੇ ਤੁਸੀਂ ਆਪਣੇ ਆਪ ਨੂੰ ਮੰਨਦੇ ਹੋ ਕਿ ਤੁਸੀਂ ਅਮੀਰ ਹੋ ਤੇ ਤੁਸੀਂ ਅਮੀਰ, ਜੇ ਮੰਨਦੇ ਹੋ ਕਿ ਗਰੀਬ ਤੇ ਗਰੀਬ। ਇਸ ਗੱਲ ਨੂੰ ਮੈਂ ਹੋਰ ਥੋੜਾ ਸਿੰਪਲੀਫਾਈ ਕਰਦਾ ਕਿ ਇੱਕ ਅਮੀਰ ਵਿਅਕਤੀ ਕੋਲ ਜੇ ਸਾਰਾ ਪੈਸਾ ਖੋਹ ਲਿਆ ਜਾਵੇ ਤਾਂ ਫਿਰ ਵੀ ਉਹ ਕੁਝ ਮਹੀਨਿਆਂ ਬਾਅਦ, ਕੁਝ ਸਮੇਂ ਬਾਅਦ ਉਹ ਫਿਰ ਅਮੀਰ ਬਣ ਜਾਏਗਾ। ਇਸੇ ਤਰ੍ਹਾਂ ਜੇ ਇੱਕ ਗਰੀਬ ਨੂੰ ਉਹ ਸਾਰਾ ਪੈਸਾ ਦੇ ਦਿੱਤਾ ਜਾਵੇ ਤੇ ਤਾਂ ਵੀ ਉਹ ਕੁਝ ਸਮੇਂ ਬਾਅਦ ਫਿਰ ਖਾਲੀ ਹੱਥ ਹੀ ਰਹਿ ਜਾਏਗਾ। ਸੋ ਕਹਿਣ ਤੋਂ ਭਾਵ, ਜੇ ਤੁਹਾਡੇ ਦਿਮਾਗ ਦੀ ਅਮੀਰੀ ਹੈ, ਤੁਹਾਨੂੰ ਪਤਾ ਹੈ ਕਿ 1 ਰੁਪਏ ਤੋਂ 100 ਕਿੱਦਾਂ ਬਣਾਉਣੇ ਹਨ, ਓਕੇ, ਸੋ ਤੇ ਤੁਸੀਂ ਅਮੀਰ ਹੋ। ਤੇ ਜੇ ਨਹੀਂ ਪਤਾ ਤੇ ਫਿਰ ਤੁਸੀਂ ਗਰੀਬ ਦੇ ਗਰੀਬ ਹੀ ਰਹੋਗੇ। ਸੋ ਇਹ ਕਹਾਣੀ $1000 ਇਹ ਵੀ ਕੁਝ ਐਸੇ ਹੀ ਬੇਸ ਦੇ ਉੱਤੇ ਹੈ। ਜੋ ਇਸ ਦਾ ਮੇਨ ਕਰੈਕਟਰ ਹੈ ਰੋਬਰਟ ਗਿਲੀਅਨ, ਉਸ ਨੂੰ ਇੱਕ ਵਾਰ $1000 ਮਿਲਦੇ ਹਨ ਆਪਣੇ ਅੰਕਲ ਦੀ ਵਸੀਅਤ ਵਿੱਚੋਂ। ਉਸ ਨੂੰ ਗਿਲਾ ਸੀ ਕਿ ਮੇਰੇ ਅੰਕਲ ਜੀ ਇੰਨੇ ਅਮੀਰ ਸਨ ਤੇ ਮੇਰੇ ਲਈ ਸਿਰਫ $1000 ਰੱਖ ਕੇ ਗਏ। ਸੋ ਉਸ ਨੂੰ ਇਸ ਗੱਲ ਦਾ ਗਿਲਾ ਸੀ। ਤੇ ਆਓ ਅਸੀਂ ਕਹਾਣੀ ਪੜ੍ਹਦੇ ਹਾਂ, ਇਹ ਵੀ ਦੇਖਦੇ ਹਾਂ ਕਿ ਉਸ ਨੂੰ $1000 ਕਿਹੜੀਆਂ ਸ਼ਰਤਾਂ ਤੇ ਮਿਲਦੇ ਹਨ ਤੇ $1000 ਲੈਣ ਤੋਂ ਬਾਅਦ ਉਹ ਉਹਨਾਂ ਦਾ ਕਰਦਾ ਕੀ ਹੈ, ਸਟੋਰੀ ਕਿਸ ਤਰ੍ਹਾਂ ਅੱਗੇ ਵਧਦੀ ਹੈ। ਆਓ ਸਟਾਰਟ ਕਰੀਏ। ਬਹੁਤ ਇੰਟਰਸਟਿੰਗ ਸਟੋਰੀ ਰਿਟਨ ਬਾय O. Henry। Robert Gillian received $1000 from his uncle's will। ਰੋਬਰਟ ਗਿਲੀਅਨ ਨੂੰ ਆਪਣੀ ਅੰਕਲ ਦੀ ਵਸੀਅਤ ਵਿੱਚੋਂ $1000 ਪ੍ਰਾਪਤ ਹੋਏ। that too with a condition, ਤੇ ਉਹ ਵੀ ਇੱਕ ਸ਼ਰਤ ਦੇ ਨਾਲ। what was the condition? ਉਹ ਕੰਡੀਸ਼ਨ ਕੀ ਸੀ? what did he do with the money? ਉਸਨੇ ਉਸ ਪੈਸੇ ਨਾਲ ਕੀ ਕੀਤਾ? Did he spend it sensibly? ਕੀ ਉਸਨੇ ਪੈਸੇ ਨੂੰ ਸਹੀ ਖਰਚ ਕੀਤਾ? ਆਓ ਸਟੋਰੀ ਪੜ੍ਹੀਏ। $1000, repeated lawyer Tallman, solemnly and severely, and here is the money। ਸੋ ਪਹਿਲੀ ਲਾਈਨ 'ਚ ਸਾਨੂੰ ਦੇਖਣ ਨੂੰ ਮਿਲਦਾ ਕਿ ਜਦੋਂ ਵਕੀਲ ਟੋਲਮੈਨ ਨੇ ਰੋਬਰਟ ਗਿਲੀਅਨ ਨੂੰ ਕਿਹਾ ਕਿ ਤੇਰੇ ਅੰਕਲ ਮਰਨ ਤੋਂ ਬਾਅਦ ਤੇਰੇ ਲਈ $1000 ਛੱਡ ਕੇ ਗਏ ਨੇ, ਤਾਂ ਰੋਬਰਟ ਗਿਲੀਅਨ ਨੂੰ ਯਕੀਨ ਨਹੀਂ ਆਇਆ ਤੇ ਰੋਬਰਟ ਗਿਲੀਅਨ ਨੇ ਕਿਹਾ ਕਿ ਤੂੰ ਦੁਬਾਰਾ ਦੇਖ। ਫਿਰ ਉਸ ਡਾਇਲੌਗ ਤੋਂ ਬਾਅਦ ਇਹ ਕਹਾਣੀ ਦੀ ਪਹਿਲੀ ਲਾਈਨ ਸ਼ੁਰੂ ਹੁੰਦੀ ਹੈ। ਲਾਇਰ ਟੋਲਮੈਨ ਕਹਿੰਦਾ $1000, $1000 ਹੀ ਹੈ। solemnly and severely, and here is the money। ਇਹ ਪੂਰੀ ਤਰ੍ਹਾਂ ਨਾਲ ਇਹੀ ਹੈ ਤੇ ਮੈਂ ਗੰਭੀਰਤਾ ਨਾਲ ਕਹਿ ਰਿਹਾ ਤੇ ਆ ਹੈ ਤੇਰੇ ਪੈਸੇ। Young Gillian laughed as he touched the thin packet of new $50 notes। ਜਿੱਦਾਂ ਹੀ ਉਸਨੇ ਨਵੇਂ $50 ਦੇ ਨੋਟਾਂ ਦੇ ਪੈਕੇਟ ਨੂੰ ਛੂਹਿਆ ਤਾਂ ਨੌਜਵਾਨ ਗਿਲੀਅਨ ਹੱਸਿਆ। It is such a little amount, he told the lawyer। ਉਸਨੇ ਵਕੀਲ ਨੂੰ ਦੱਸਿਆ ਕਿ ਇਹ ਤਾਂ ਬਹੁਤ ਹੀ ਥੋੜੀ ਅਮਾਉਂਟ ਹੈ, ਰਾਸ਼ੀ ਹੈ। You heard the reading of your uncle's will, continued lawyer Tallman in a dry tone। ਵਕੀਲ ਟੋਲਮੈਨ ਨੇ ਬੜੇ ਖੁਸ਼ਕ ਜਿਹੇ ਅੰਦਾਜ਼ ਵਿੱਚ ਆਪਣਾ ਕਹਿਣਾ ਜਾਰੀ ਰੱਖਿਆ। ਕਹਿੰਦੇ ਤੂੰ ਹੁਣ ਆਪਣੇ ਅੰਕਲ ਦੀ ਵਸੀਅਤ ਤਾਂ ਸੁਣੀ ਲਈ ਹੈ। I do not know, ਮੈਂ ਨਹੀਂ ਜਾਣਦਾ। if you paid any attention to its detail, ਕਿ ਤੂੰ ਇਹਦੀਆਂ ਡਿਟੇਲ ਵਿੱਚ ਕੋਈ ਧਿਆਨ ਦਿੱਤਾ ਹੈ। I must tell you that, ਮੈਂ ਤੈਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ, you must give us an account of the manner of expenditure of these $1000 as soon as you have spent them। ਪਰ ਮੈਂ ਤੈਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਤੂੰ ਕਿਸ ਤਰੀਕੇ ਨਾਲ ਇਹ $1000 ਖਰਚੇ ਹਨ, ਉਸ ਦਾ ਹਿਸਾਬ ਵੀ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਦੇਣਾ ਪਵੇਗਾ ਜਦੋਂ ਤੂੰ ਇਹਨੂੰ ਖਰਚ ਕਰਦਾ ਹੈ।
I trust you will comply with the late Mr. Gillian's wishes. ਮੈਂ ਤੇਰੇ ਤੇ ਵਿਸ਼ਵਾਸ ਕਰਦਾ ਹਾਂ ਕਿ ਤੂੰ ਮਰਹੂਮ ਮਿਸਟਰ ਗਿਲੀਅਨ ਦੀਆਂ ਇੱਛਾਵਾਂ ਦਾ ਪਾਲਣ ਜ਼ਰੂਰ ਕਰੇਗਾ. You may depend upon it, said the young man politely. ਹਾਂ ਤੂੰ ਇਸ ਤੇ ਨਿਰਭਰ ਕਰ ਸਕਦਾ ਹੈ, said the young man politely. ਨੌਜਵਾਨ ਨੇ ਬੜੇ ਨਿਮਰਤਾ ਨਾਲ ਕਿਹਾ, I may have to have a secretary. ਮੈਨੂੰ ਸ਼ਾਇਦ ਇਸ ਲਈ ਸੈਕਟਰੀ ਵੀ ਰੱਖਣਾ ਪਵੇ. I was never good at accounts. ਮੈਂ ਕਦੀ ਵੀ ਹਿਸਾਬ ਕਿਤਾਬ ਵਿੱਚ ਚੰਗਾ ਨਹੀਂ ਸੀ. Gillian thrust the packet of notes in his pocket and went to the club. ਗਿਲੀਅਨ ਨੇ ਜ਼ੋਰ ਨਾਲ ਨੋਟਾਂ ਦਾ ਪੈਕੇਟ ਚੱਕਿਆ ਅਤੇ ਕਲੱਬ ਵੱਲ ਚਲਾ ਗਿਆ. There he looked for the person whom he called Old Bryson. ਉੱਥੇ ਉਸਨੇ ਇੱਕ ਪਰਸਨ ਦੀ ਭਾਲ ਕੀਤੀ ਜਿਸ ਨੂੰ ਉਹ ਬ੍ਰਾਇਸਨ ਕਹਿੰਦਾ ਸੀ. Old Bryson was calm at 40. Old Bryson 40 ਸਾਲ ਦਾ ਸ਼ਾਂਤ ਵਿਅਕਤੀ ਸੀ. He was in a corner reading a book. ਉਹ ਇੱਕ ਕਾਰਨਰ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ. And when he saw Gillian coming he sighed. ਜਦੋਂ ਉਸਨੇ ਦੇਖਿਆ ਕਿ ਗਿਲੀਅਨ ਆ ਰਿਹਾ ਹੈ ਉਸਨੇ ਇੱਕ ਲੰਬਾ ਸਾਹ ਲਿਆ. Laid down his book. ਆਪਣੀ ਕਿਤਾਬ ਹੇਠਾਂ ਰੱਖੀ. And took off his glasses. ਅਤੇ ਆਪਣੀਆਂ ਐਨਕਾਂ ਉਤਾਰੀਆਂ. Old Bryson, wake up, said Gillian. ਗਿਲੀਅਨ ਨੇ ਕਿਹਾ, Old Bryson, ਉੱਠ ਜਾ. I have a funny story to tell you. ਮੇਰੇ ਕੋਲ ਇੱਕ ਹਾਸੋਹੀਣੀ ਕਹਾਣੀ ਹੈ ਤੈਨੂੰ ਸੁਣਾਉਣ ਲਈ. I wish you tell your story to someone in the billiard room, Gillian, said Old Bryson. Old Bryson ਨੇ ਕਿਹਾ, ਮੈਨੂੰ ਲੱਗਦਾ ਹੈ ਬਿਲੀਅਨ ਤੈਨੂੰ ਆਪਣੀ ਕਹਾਣੀ ਬਿਲੀਅਰਡ ਰੂਮ ਵਿੱਚ ਕਿਸੇ ਨੂੰ ਸੁਣਾ ਦੇਣੀ ਚਾਹੀਦੀ ਹੈ. ਕਿਉਂਕਿ ਓਲਡ ਬ੍ਰਾਇਸਨ ਨੂੰ ਲੱਗਦਾ ਸੀ ਕਿ ਵੀ ਇਹਨੇ ਇਸ ਤਰ੍ਹਾਂ ਹੀ ਕੋਈ ਫालतू ਜਿਹੀ ਕਹਾਣੀ ਸੁਣਾਣੀ, ਮੇਰਾ ਟਾਈਮ ਵੇਸਟ ਕਰੇਗਾ. ਉਸ ਤੋਂ ਬਾਅਦ ਗਿਲੀਅਨ ਕੀ ਕਹਿੰਦਾ, this one is better one than usual. ਇਹ ਆਮ ਨਾਲੋਂ ਵਧੀਆ ਕਹਾਣੀ ਹੈ, said Gillian. ਗਿਲੀਅਨ ਨੇ ਕਿਹਾ. rolling a cigarette. ਸਿਗਰਟ ਜਲਾਉਂਦੇ ਹੋਏ ਗਿਲੀਅਨ ਨੇ ਕਿਹਾ, and I'm going to tell it to you. ਤੇ ਮੈਂ ਇਹ ਤੈਨੂੰ ਹੀ ਦੱਸਣ ਜਾ ਰਿਹਾ ਹਾਂ. it's too sad and funny to go with the game. go with the game ਹੁੰਦਾ ਕਿ ਜੋ ਚੀਜ਼ ਹੁਣ ਉਹਦੇ ਨਾਲ ਵਾਪਰਨ ਜਾ ਰਹੀ ਹੈ, ਜੇ ਉਹ ਉਸ ਚੀਜ਼ ਨਾਲ ਜਾਂਦਾ ਹੈ ਤਾਂ ਇੱਕੋ ਟਾਈਮ ਤੇ ਉਹ ਚੀਜ਼ ਉਹਦੇ ਲਈ ਸੈਡ ਕਰਨ ਵਾਲੀ ਵੀ ਹੈ ਤੇ ਹਾਸੋਹੀਣੀ ਵੀ ਹੈ. I have just come from the office of my uncle's lawyers. ਮੈਂ ਹੁਣੇ ਆਪਣੇ ਅੰਕਲ ਦੇ ਵਕੀਲਾਂ ਦੇ ਆਫਿਸ ਤੋਂ ਆਇਆ ਹਾਂ. He leaves me $1,000. ਉਹ ਮੇਰੇ ਲਈ $1,000 ਛੱਡਦੇ ਹਨ. Now what can a man possibly do with just $1,000? ਹੁਣ ਮੈਨੂੰ ਇਹ ਦੱਸ ਕਿ ਇੱਕ ਵਿਅਕਤੀ ਸਿਰਫ $1,000 ਵਿੱਚ ਕਰ ਹੀ ਕੀ ਸਕਦਾ ਹੈ. I thought, said Old Bryson. Old Bryson ਨੇ ਕਿਹਾ, ਮੇਰੇ ਖਿਆਲ ਵਿੱਚ that the late Septimus Gillian. ਹੁਣ Septimus Gillian ਕੌਣ ਹੈ? ਜਿਨ੍ਹਾਂ ਦੀ ਡੈਥ ਹੋਈ ਹੈ. Okay, so Old Bryson ਕਹਿੰਦਾ ਮੇਰੇ ਖਿਆਲ ਵਿੱਚ the late Septimus Gillian was worth something like $500,000. ਕਹਿੰਦਾ ਮੇਰੇ ਖਿਆਲ ਚ ਮਰਹੂਮ Septimus Gillian ਕੋਲ $500,000 ਦੀ ਤਾਂ ਜਾਇਦਾਦ ਸੀ. He was, said Gillian joyously. Gillian ਨੇ ਖੁਸ਼ ਹੁੰਦਿਆਂ ਕਿਹਾ, ਉਹਦੇ ਕੋਲ ਸੀ. And that's where the joke comes in. ਅਤੇ ਇਹੀ ਤਾਂ ਗੱਲ ਹੈ ਜਿੱਥੋਂ ਇਹ ਹਾਸੋਹੀਣੀ ਗੱਲ ਸ਼ੁਰੂ ਹੁੰਦੀ ਹੈ. He left almost all his money to a microbe. ਉਹਨਾਂ ਨੇ ਲਗਭਗ ਆਪਣਾ ਸਾਰਾ ਪੈਸਾ ਇੱਕ ਰੋਗ ਵਾਲੇ ਕੀਟਾਣੂ ਨੂੰ ਦੇਤਾ, ਯਾਨੀ ਰੋਗਾਣੂ ਨੂੰ. Microbe. That is a part of it goes to a man. ਕਿ ਇਸ ਦਾ ਹਿੱਸਾ ਉਸ ਵਿਅਕਤੀ ਨੂੰ ਜਾਏਗਾ who invents, ਜਿਹੜਾ ਖੋਜ ਕਰਦਾ ਹੈ a new bacillus. So bacillus ਹੁੰਦਾ ਹੈ ਰੋਗ ਵਾਲਾ ਕੀਟਾਣੂ, ਰੋਗ ਕੀਟ. Okay, and the rest to a hospital for doing away with that microbe. ਅਤੇ ਬਾਕੀ ਦਾ ਪੈਸਾ ਉਸ ਹਸਪੀਟਲ ਨੂੰ ਮਿਲੇਗਾ ਜੋ ਉਸ ਮਾਈਕਰੋਬ ਉੱਤੇ ਕੰਮ ਕਰ ਰਿਹਾ ਹੋਵੇ. The butler and the housekeeper get a seal ring. ਬਟਲਰ ਖਾਣਾ ਬਣਾਉਣ ਵਾਲਾ ਨੌਕਰ, ਹਾਊਸਕੀਪਰ ਘਰ ਦੀ ਦੇਖਭਾਲ ਕਰਨ ਵਾਲੀ ਜਾਂ ਵਾਲਾ. ਸੋ ਖਾਣਾ ਬਣਾਉਣ ਵਾਲੇ ਨੌਕਰ ਅਤੇ ਘਰ ਦੀ ਦੇਖਭਾਲ ਕਰਨ ਵਾਲੀ ਨੂੰ ਇੱਕ ਸੀਲ ਰਿੰਗ ਦਿੱਤੀ ਹੈ. ਐਂਡ $10 each. ਅਤੇ ਦੋਨਾਂ ਨੂੰ $10 ਵੀ ਦਿੱਤੇ ਹਨ. His nephew gets $1,000. ਉਸ ਦਾ ਭਤੀਜਾ ਵੀ $1,000 ਪ੍ਰਾਪਤ ਕਰਦਾ ਹੈ. You have always had a plenty of money to spend, said Old Bryson. ਤੇਰੇ ਕੋਲ ਤਾਂ ਹਮੇਸ਼ਾ ਕਿੰਨਾ ਹੀ ਪੈਸਾ ਹੁੰਦਾ ਹੈ ਖਰਚ ਕਰਨ ਨੂੰ, Old Bryson ਨੇ ਕਿਹਾ.